ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੋ ਕਹੋ ਟਲ ਗੁਰ ਸੇਵੀਐ, ਐਣਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਕਸਮ ਦੀ। ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾ, ਵਾਹਿਗੁਰੂ ਸਾਹਿਬ ਜੀ। ਰਾਗ ਸੂਰਠ। ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਰਹਾਉ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਵਕਸ਼ ਮਰਮ ਜਣਾਇਆ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨ ਆਇਆ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋਈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ।
ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨ ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਦਾ ਨਾਂ ਸੋਰਠ ਹੈ। ਬਾਣੀ ਭਗਤ ਰਵਿਦਾਸ ਜੀ ਦੀ ਹੈ। ਅੰਗ ਨੰਬਰ 657 ਤੇ 658 ਹੈ। ਸ਼ਬਦ ਦੇ ਪ੍ਰਾਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਕੀਤਾ ਗਿਆ ਹੈ ਕਿ ਜਿਹੜਾ ਪਰਮੇਸ਼ਰ ਇੱਕ ਹੈ, ਅਦੁੱਤੀ ਹੈ, ਜਿਹੜਾ ਸਰਬ ਵਿਆਪੀ ਹੈ, ਉਹ ਪਰਮੇਸ਼ਰ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਭਗਤ ਰਵਿਦਾਸ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਦੇ ਰਾਹੀਂ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਔਰ ਇਹ ਸਾਰੇ ਸ਼ਬਦ ਦਾ ਜੇ ਸੰਖੇਪ ਅਰਥ ਦੇ ਭਾਵ ਅਰਥ ਕਰਨੇ ਹੋਣ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਬਸ ਉਹ ਇੱਕ ਹੁਕਮੈ ਹੈ ਤੇ ਇੱਕ ਰੱਬ ਦਾ ਨਾਮ ਹੈ। ਬਸ ਇਹ ਦੋਵਾਂ ਦੇ ਵਿੱਚੋਂ ਜਬ ਹਮ ਹੋਤੇ ਤਬ ਤੂੰ ਨਾਹੀ, ਇਹਨਾਂ ਦੋਵਾਂ ਦੇ ਵਿੱਚੋਂ ਇੱਕ ਸਮੇਂ 'ਚ ਇੱਕ ਹੀ ਚੀਜ਼ ਰਹਿ ਸਕਦੀ ਹੈ ਕਿ ਜਦੋਂ ਤੱਕ ਅੰਦਰ ਮੈਂ ਹੈ ਉਦੋਂ ਤੱਕ ਤੂੰ ਨਹੀਂ। ਜਬ ਹਮ ਹੋਤੇ, ਹਮ ਹਉ ਮੈਂ, ਜਦੋਂ ਅੰਦਰ ਹਉਮੈ ਹੈ, ਮੈਂ ਹੈ, ਉਦੋਂ ਤੂੰ ਨਹੀਂ। ਪੂਰੇ ਪਾਵਨ ਬਚਨ ਭਗਤ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਕੇਂਦਰੀ ਭਾਵ ਦੇ ਰੂਪ ਦੇ ਵਿੱਚ ਵਰਣਨ ਕੀਤੇ। ਇਹ ਅੰਦਰ ਹਉਮੈ ਆਉਂਦੀ ਕਿਉਂ ਹੈ ਜੀ, ਮੈਂ ਰਹਿੰਦੀ ਕਿਉਂ ਹੈ? ਕਹਿੰਦੇ ਮਾਧਵੇ ਕਿਆ ਕਹੀਐ ਭ੍ਰਮ ਐਸਾ। ਅਸਲ ਵਿੱਚ ਬਾਬਾ ਕਬੀਰ ਰਵਿਦਾਸ ਜੀ ਕਹਿੰਦੇ ਨੇ ਮਾਧਵੇ, ਹੈ ਰੱਬ ਜੀ ਪਰਮੇਸ਼ਰ ਜੀ ਕਹੀਏ ਕਿ ਭਰਮ ਹੈ ਹੀ ਐਸਾ। ਔਰ ਹਰ ਇੱਕ ਨੂੰ ਮਨੁੱਖ ਨੂੰ ਇਹ ਭਰਮ ਹੀ ਹੈ ਕਿ ਰੱਬ ਕੋਈ ਵੱਖਰਾ ਹੈ, ਮੈਂ ਕੋਈ ਹੋਰ ਹਾਂ। ਹਰ ਕਿਸੇ ਨੂੰ ਭਰਮ ਇਹ ਪੈ ਗਿਆ ਹੈ ਕਿ ਇਹ ਜੋ ਕੁਛ ਨਜ਼ਰ ਵਿੱਚ ਆ ਰਿਹਾ ਇਹੀ ਸੱਚ ਹੈ। ਬਸ ਕਹਿੰਦੇ ਨੇ ਭਰਮ ਤੇ ਕਿਹਾ ਹੀ ਉਹਨੂੰ ਜਾਂਦਾ ਕਿ ਜੋ ਕੁਛ ਅੱਖਾਂ ਦੇ ਨਾਲ ਨਜ਼ਰ ਆਉਂਦਾ ਹੋਵੇ ਪਰ ਹਕੀਕਤ ਵਿੱਚ ਹੋਵੇ ਨਾ। ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ, ਕਿ ਜਿਵੇਂ ਦਾ ਮਨ ਉਸ ਨੂੰ ਬਣ ਬੈਠਾ ਕਿ ਬਸ ਇਹ ਸੱਚ ਹੈ, ਅਸਲ ਵਿੱਚ ਉਸ ਤਰ੍ਹਾਂ ਨੂੰ ਹੁੰਦਾ ਨਹੀਂ।
क्योंकि इस मन ने मन लिया, मन के पिछे लग के मनुख ने मन लिया कि भाई मैं हाँ। हुण किसी को आवाज़ देनी होवे, कोई पूछे भाई कौन है, तो जे पता लगे आवाज़ को पछाण लेना तो कहा जाता मैं हाँ। तो जे फिर भी पूछा जाए कि मैं कौन हाँ, फिर आप अपना नाम दस दें। पर यह हकीकत नहीं ना तो एक शरीर का रखा हुआ है, माँ ना तो माँ प्यो ने, घरदिਆਂ ने, भैन भरा और रिश्तेदारों ने मिल के रख दिता, एक शरीर की पहचान रख दी। पर हकीकत में तू कौन है जब पूछा जाए तो पता ही नहीं, क्योंकि भरम है ना, असें मन बैठे कि मैं हाँ। और बाबा रविदास जी कहते हैं जैसा मानिए होए ना तैसा, जिस तरह का असीं मन लिया होंदा उस तरह का नहीं, क्योंकि मैं तो शरीर है ही नहीं। हुण पावन वचन कहे कि असीं मन की लिया, मन का बंदा कदों है जदों अंदर मैं टिक जे होमे आ जाए, कि सब तो पहला भरम ये पै गया कि मैं भी कुछ हाँ। और ये नहीं भरम पिया कि मैं कुछ हाँ, सगों भरम कई बार ये भी पै जाता कि सब कुछ मैं ही हाँ। तो जदों अंदर मैं आ जाए उदों फिर रब जी तू नहीं। जब हम होते हम का अर्थ मैं, और इहदे जिहड़े सिद्ध छेद करके जब भावअर्थ समझे हम अहम ते मैं, बस मेरे अंदर जदों अहंकार आ गया, इस गल का भी तो अहंकार ही है ना कि मैं हाँ, शरीर का भी अहंकार है, घर का भी है। हुण ये होमे जिहड़ी कई तरह की है, पर बाबा रविदास जी कहते हैं कि जदों तक अंदर मैं है उदों तक ये सच है कि तू नहीं। धन गुरु अंगद देव महाराज जी का पावन वचन है, और आसा की वार दे विच आपां पढ़ते हैं कि सतगुरु जी ये मैं इन्नी कुछ अंदर होंदी हुई है कि भी मैं हाँ। और धन गुरु अंगद देव महाराज जी ने कृपा की, जदों एक सवाल किया तो फिर आप अगलिया पंक्तियों में गुरु साहब ने उत्तर दिता कि होमे जिहड़ी है ये पई कितों, और इन्नी को होमे तो सब विच है ही, और ये होनी भी चाहिए है। देखो होमे गुण भी है तो होमे जिहड़ी अवगुण भी है। सतगुरु का पावन वचन है, सवाल करते हैं आप भी धन गुरु अंगद देव जी कि होमै कित्थों उपजै, कित संजम एह जाए। होमे पैदा कित्थों होंदी है तो कित संजम किहड़े तरीके नाल विचों जा सकती है। और फिर अगे जवाब दिते हैं, कहते होमै एहो हुक्म है, ये होमे अपने आप नहीं आई है, रब के परमेश्वर के हुक्म में होमे तो सब के अंदर है ही, पर यह होमे गुण भी बन सकती है तो बहुता ये अवगुण ही बनती है। हुण सतगुरु जी कहते हैं होमे एहो हुक्म है, पै किरत फिराए। पर यह होमे जदों बिल्कुल उत्ते तक आ जाए, फिर सतगुरु जी ने पावन बचने भी किया है कि होमे नावे नाल विरोध है, दोए ना वसै कठाए। जे अंदर होमे आ गई, किसी ज्ञान की होमे आ गई, पढ़ाई की होमे आ गई, किसी गुण की होमे आ गई कि मेरे वर्गा कौन, तो फिर सतगुरु जी कहते हैं सच जाने होमे का नाम नाल बड़ा विरोध है। ये होमे ते नाम तो इस तरह है जिवें दो तलवारां ने ते म्यान एक है, जां उहदे जो होमे वाली तलवार पेगी जां नाम वाली पेगी। एक म्यान दे विच दो नहीं पै सकती, जां होमे रहनी है जां नाम रहना। और एक गल सच्ची, जे नाम अंदर आ गया तो होमे अपने आप नहीं रहनी, पर किसी हद तक ये होमे अंदर रहनी भी चाहिए। और हमें वो होमे उदों गुण बनता है। ये सतगुरु जी ने पावन वचन बाणी दे विच कहे ने कि होमे असल में जन्म मरण का कारण है, मूल कारण ही होमे है। सतगुरु धन गुरु अर्जन देव जी के पावन वचन ने
ਕਹਿੰਦੇ हे ਜਨਮ ਮਰਨ ਮੂਲਨ, हे ਜਨਮ ਮਰਨ ਦੇ ਮੂਲ ਮੁੱਢ ਕੌਣ ਹੈ? ਅਹੰਕਾਰ ਪਾਪਾਤਮਾ। ਇਹ ਹੰਕਾਰ ਤੋਂ ਤਾਂ ਸਾਡੇ ਜਨਮ ਮਰਨ ਦਾ ਮੂਲ ਬਣ ਗਿਆ, ਮੁੱਢ ਬਣ ਦਿੱਤਾ। ਤੇ ਹੰਕਾਰ ਕਰਦਾ ਕੀ ਹੈ? ਕਹਿੰਦੇ ਮਿੱਤਰੰ ਤਜੰਤ ਸ਼ਤਰੰ ਦ੍ਰਿੜੰਤ, ਅਣਕ ਮਾਇਆ ਵਿਸਤੀਰਣ। ਬਸ ਇਹ ਹੰਕਾਰ ਜਦੋਂ ਔਗਣ ਬਣ ਜੇ ਨਾ, ਇਹ ਦੁਸ਼ਮਣ ਨੂੰ ਮਿੱਤਰ ਤੇ ਮਿੱਤਰ ਨੂੰ ਦੁਸ਼ਮਣ ਸਮਝ ਬੈਠਦਾ ਹੈ। ਬਸ ਇਹ ਜਦੋਂ ਹਉਮੈ ਦਾ ਅੰਦਰ ਪੜਦਾ ਪੈ ਜਾਵੇ, ਔਰ ਸਭ ਤੋਂ ਵੱਡੀ ਹਉਮੈ ਬੰਦੇ ਦੇ ਅੰਦਰ ਔਗਣ ਉਦੋਂ ਬਣਦੀ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਕੋਈ ਕਵੀ ਬਣ ਜਾਏ। ਔਰ ਕਵਿਤਾ ਲਿਖਣਾ ਤਾਂ ਦੇਖੋ ਔਗਣ ਨਹੀਂ ਨਾ, ਬੜਾ ਵੱਡਾ ਗੁਣ ਹੈ, ਔਰ ਇਹ ਗੁਣ ਸਾਰਿਆਂ ਨੂੰ ਮਿਲਦਾ ਨਹੀਂ। ਹੁਣ ਇੱਥੋਂ ਤੱਕ ਤੇ ਹਉਮੈ ਠੀਕ ਸੀ, ਇਹ ਗੁਣ ਹੈ, ਕਵੀ ਬਣ ਗਿਆ। ਪਰ ਕਵੀ ਬਣ ਕੇ ਹਉਮੈ ਇੱਥੋਂ ਤੱਕ ਪਹੁੰਚੇ ਕਿ ਮੇਰੇ ਵਰਗਾ ਕਵੀ ਕਿਹੜਾ, ਮੇਰੇ ਵਰਗਾ ਸਿਆਣਾ ਕਿਹੜਾ। ਮੈਂ ਤਾਂ ਉੱਚੀ ਜਾਤ ਵਿੱਚ ਵੀ ਪੈਦਾ ਹੋਇਆ। ਤੇ ਫਿਰ ਇਹ ਹਉਮੈ ਹੰਕਾਰ ਬਣਦੀ, ਔਰ ਜਿੱਥੇ ਇਹ ਹੰਕਾਰ ਇਹ ਹਉਮੈ ਹੋਵੇ ਉੱਥੇ ਨਾਮ ਨਹੀਂ ਟਿਕਦਾ। ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਹਮ ਵੱਡ ਕੱਬ, ਅਸੀਂ ਬੜੇ ਵੱਡੇ ਕਵੀ ਬਣ ਗਏ ਜੀ। ਹਉਮੈ ਆ ਗਈ, ਹੈ ਤੇ ਗੁਣ ਸੀ ਪਰ ਅਵਗੁਣ ਬਣ ਗਈ। ਹਮ ਵੱਡ ਕੱਬ, ਵੱਡ ਦਾ ਅਰਥ ਵੱਡੇ ਕਵੀ, ਕੱਬ ਦਾ ਅਰਥ ਕਵੀ, ਵੱਡ ਦਾ ਅਰਥ ਵੱਡੇ। ਹਮ ਵੱਡ ਕੱਬ ਕੁਲੀਨ ਪੰਡਿਤ, ਉੱਚੀ ਜਾਤ ਦੇ ਸੀ ਪੰਡਿਤ ਵਿਦਵਾਨ। ਫਿਰ ਕਹਿੰਦੇ ਨੇ ਹਮ ਜੋਗੀ ਸੰਨਿਆਸੀ, ਮੇਰੇ ਵਰਗਾ ਜੋਗੀ ਕੋਈ ਨਹੀਂ, ਸੰਨਿਆਸੀ ਕੋਈ ਨਹੀਂ, ਮੈਂ ਆ ਗਈ। ਔਰ ਇਹ ਹਉਮੈ ਜਿਹੜੀ ਹੈ ਕਈਆਂ ਰੂਪਾਂ ਦੇ ਵਿੱਚ ਆਉਂਦੀ ਹੈ ਕਿ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਮੇਰੇ ਵਰਗਾ ਗਿਆਨੀ ਕਿਹੜਾ ਹੈ? ਮੇਰੇ ਜਿੰਨੀ ਤਾਂ ਸਮਝੀ ਕਿਸੇ ਨੂੰ। ਕੱਲ੍ਹ ਇੱਕ ਵੀਰ ਦੇ ਨਾਲ ਵਿਚਾਰ ਹੋਈ ਸੀ ਕਿ ਸਤਿਗੁਰੂ ਦੇ ਬਾਣੀ ਦੇ ਵਿੱਚ ਹੁਕਮਨਾਮਾ ਆਇਆ ਕਿ ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਪਰ ਉਸ ਵੀਰ ਨੇ ਵਿਚਾਰ ਕੀਤੇ ਕਿ ਲਿਖਿਆ ਹੋਇਆ ਸੱਸਾ ਹਾ ਸੱਸੇ ਨੂੰ ਕਰਨਾ ਸਹਿਸਾ ਹੈ। ਤੇ ਮੈਂ ਕਿਹਾ ਠੀਕ ਹੈ ਜੀ, ਸਹਿਸਾ ਹੈ, ਪਰ ਇਹਦੇ ਕੋਈ ਨਾ ਕੋਈ ਅਰਥ ਤੇ ਹੋਣਗੇ। ਉਹਨਾਂ ਨੇ ਅਰਥ ਆਪਣੇ ਹਿਸਾਬ ਨਾਲ ਕੱਢੇ ਕਿ ਸਹਿਜ ਹੁੰਦਾ ਪਰ ਸਹਿਜ ਨਹੀਂ। ਜੇ ਅਰਥ ਜੋ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ ਕਿ ਜਦੋਂ ਗੁਰੂ ਸੁੱਖਾਂ ਦਾ ਸਾਗਰ ਗੁਰੂ ਮਿਲ ਜੇ, ਅੰਦਰੋਂ ਸਾਰੇ ਸੰਸ਼ੇ ਚਲੇ ਜਾਂਦੇ ਨੇ, ਸਹਿਮ ਚਲੇ ਜਾਂਦੇ ਨੇ। ਇਹਦੇ ਅਰਥ ਹੀ ਸੰਸਾ ਹੈ, ਸਹਿਮ ਹੈ। ਇਸ ਕਰਕੇ ਪਾਠ ਜਿਹੜਾ ਉਚਾਰਨ ਬਿੰਦੇ ਨਾਲ ਹੀ ਹੋਣਾ ਹੈ। ਔਰ ਉਹਨਾਂ ਨੂੰ ਫਿਰ ਮੈਂ ਸਪੈਸ਼ਲ ਜਾ ਕੇ ਮੋਬਾਈਲ ਕੋਲ ਨਹੀਂ ਸੀ, ਘਰੋਂ ਲਿਆ ਕੇ ਦਿਖਾਇਆ ਵੀ। ਚਲੋ ਵਿਚਾਰ ਕਰਨੀ ਤਾਂ ਠੀਕ ਹੈ, ਕਿਸੇ ਤਰ੍ਹਾਂ ਦਾ ਸ਼ੰਕਾ ਹੋਵੇ ਵਿਚਾਰ ਕਰਨੀ ਚਾਹੀਦੀ ਹੈ, ਪਰ ਵਿਚਾਰ ਇੱਥੋਂ ਤੱਕ ਆ ਜਾਏ ਕਿ ਮੇਰੇ ਵਰਗਾ ਗਿਆਨੀ ਕੋਈ ਨਹੀਂ। ਔਰ ਸਿੱਧਾ ਅਗਲੇ ਨੂੰ ਕਹਿ ਦਿੱਤਾ ਜਾਵੇ ਕਿ ਤੂੰ ਤੇ ਰਾਮ ਰਾਏ ਹੈ, ਰਾਮ ਰਾਏ ਦੇ ਨਾਲ ਤੁਲਣਾ ਹੀ ਦੇ ਦਿਓ, ਉਹਨੇ ਤੁਕ ਬਦਲੀ ਸੀ, ਤੁਸੀਂ ਬਿੰਦੀ ਆਪਣੇ ਗੁਰੂ ਨਾਲ ਦੀ। ਫਿਰ ਉੱਥੇ ਵਿਚਾਰ ਦਾ ਕੋਈ ਮਤਲਬ ਨਹੀਂ ਨਾ ਰਹਿੰਦਾ ਜੀ। ਫਿਰ ਉੱਥੇ ਸਮਝੇ ਵੀ ਕੀ ਤੇ ਸਮਝਾਵੇ ਕੀ, ਵਿਚਾਰ ਕਰੇਗੀ। ਵਿਚਾਰ ਤਾਂ ਕਰਨੀ ਚਾਹੀਦੀ ਹੈ, ਪਰ ਜੋ ਉਹ ਆ ਜਾਏ ਕਿ ਜੋ ਕੁਛ ਮੈਨੂੰ ਸਮਝ ਲੱਗੇ, ਮੈਨੂੰ ਠੀਕ ਲੱਗਿਆ ਵੀ ਇਹੀ ਠੀਕ ਹੈ, ਤੂੰ ਮੇਰੇ ਮੁਤਾਬਕ ਚੱਲ, ਇਸ ਤਰ੍ਹਾਂ ਤਾਂ ਨਹੀਂ ਨਾ। ਗੁਰੂ ਤੇ ਗਿਆਨ ਦਾ ਸਾਗਰ ਹੈ ਵੀ ਹੋ ਸਕਦਾ ਮੇਰੇ ਕੋਲ ਇਸ ਸਾਗਰ ਵਿੱਚੋਂ ਜਲ ਭਰਨ ਵਾਸਤੇ ਗੜਵੀ ਹੋਵੇ, ਵੀ ਤੇਰੇ ਕੋਲ ਹੋ ਸਕਦਾ ਭਾਵੇਂ ਤੂੰ ਕਿਤੋਂ ਨਹੀਂ ਸੰਥਿਆ ਨਹੀਂ ਹੋ ਸਕਦਾ, ਤੇਰੇ ਕੋਲ ਬਾਲਟੀ ਹੋਵੇ, ਜ਼ਿਆਦਾ ਗਿਆਨ ਹੋਵੇ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਹੀ ਤੁਹਾਡੇ ਕੋਲ ਆ ਗਿਆ। ਹੋ ਸਕਦਾ ਕਿਸੇ ਕੋਲ ਗਾਗਰ ਵੀ ਹੋਵੇ, ਹੋ ਸਕਦਾ ਕੋਈ ਡਰਮ ਵੀ ਚੁੱਕੀ ਫਿਰਦਾ ਹੋਵੇ। ਇੱਥੋਂ ਤੇ ਜਿੰਨੀ ਟੁੱਬੀ ਲਾਉਣੀ, ਜਿੱਡਾ ਭਾਂਡਾ ਹੈ, ਉਨਾ ਗਿਆਨ ਮਿਲ ਜਾਣਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਮੈਂ ਹੈ ਕਿ ਮੇਰੇ ਵਰਗਾ ਵਿਦਵਾਨ, ਮੇਰੇ ਵਰਗਾ ਗਿਆਨੀ ਕੋਈ ਵੀ ਨਹੀਂ। ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਮੈਂ ਇਹਨਾਂ ਕੁ ਤੇ ਠੀਕ ਸੀ, ਪਰ ਜਦੋਂ ਇਹ ਕਹਿ ਦਿੱਤਾ ਕਿ ਮੇਰੇ ਵਰਗਾ ਕੋਈ ਵੀ ਨਹੀਂ, ਇਹ ਬੁੱਧ ਕਬੇ ਨਾ ਨਾਸੇ, ਫਿਰ ਉਹ ਹਉਮੈ ਜਿਹੜੀ ਅੰਦਰ ਹੰਕਾਰ ਹੈ,
ਫਿਰ ਅਸਲ ਵਿੱਚ ਉੱਥੇ ਰੱਬ ਨਹੀਂ ਆ ਸਕਦਾ। ਔਰ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਿਹਾ ਸੀ ਕਿ ਜਦੋਂ ਅੰਦਰੋਂ ਮੈਂ ਚਲੀ ਜਾਵੇ, ਉਦੋਂ ਕਹਿੰਦੇ ਨੇ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਬਸ ਜਦੋਂ ਤੂੰ ਅੰਦਰ ਆ ਜਾਏ ਫਿਰ ਅੰਦਰੋਂ ਹੂੰ ਜਾਣੀ ਹੈ। ਤੇ ਜਦੋਂ ਤੱਕ ਅੰਦਰ ਮੈਂ ਹੈ ਕਿ ਮੇਰੇ ਵਰਗਾ ਕੋਈ ਨਹੀਂ, ਫਿਰ ਉਦੋਂ ਤੱਕ ਤੂੰ ਆਉਣਾ ਨਹੀਂ। ਇੱਕ ਬੰਗਾਲ ਦੇ ਰਹਿਣ ਵਾਲਾ ਗੁਰੰਗ ਗੁਸਾਈ ਹੈ, ਔਰ ਬਹੁਤ ਸਾਰੇ ਵਿਦਵਾਨਾਂ ਨੇ ਕਈਆਂ ਥਾਵਾਂ ਤੇ ਕੋਟ ਕਰਦੇ ਨੇ। ਗੁਰੰਗ ਗੁਸਾਈ ਉਹ ਕਥਾ ਕਰੇ, ਔਰ ਕਥਾ ਬੜੀ ਕਮਾਲ ਦੀ ਕਰਦਾ ਸੀ। ਪਰ ਨਾਲ ਦਿਆਂ ਨੇ ਫਿਰ ਮੇਰੇ ਵਰਗਿਆਂ ਨੇ ਕਹਿ ਦਿੱਤਾ ਵੀ ਇੰਨੀ ਸੋਹਣੀ ਕਥਾ ਕਰਨਾ ਵੀ ਤੂੰ ਵਿਚਾਰ ਵੀ ਕਰ ਲਿਆ ਕਰ, ਤੂੰ ਚਰਚਾ ਵੀ ਕਰ ਲਿਆ ਕਰ, ਗੋਸ਼ਟੀ ਕਰਿਆ ਕਰ। ਵੱਡੇ ਵੱਡੇ ਵਿਦਵਾਨਾਂ ਨੂੰ ਉਹਨੇ ਹਰਾਇਆ ਜੀ। ਪਰ ਉਹ ਹਰਾਉਣ ਤੋਂ ਬਾਅਦ ਅੰਦਰ ਇਹ ਆ ਗਿਆ ਕਿ ਮੇਰੇ ਵਰਗਾ ਕੋਈ ਵੀ ਨਹੀਂ। ਅੰਦਰ ਮੈਂ ਆ ਗਈ, ਹੋਮੇ ਆ ਗਈ। ਕਹਿੰਦੇ ਇਹਦਾ ਨਾਮ ਗੁਰੰਗ ਗੁਸਾਈ ਲਿਖਿਆ ਹੈ। ਇਹ ਗੰਗਾ ਦੇ ਵਿੱਚ ਬੇੜੇ ਤੇ ਬੈਠ ਕੇ ਕਿਤੇ ਪਾਰ ਜਾਣਾ ਹੈ, ਉੱਥੇ ਜਾ ਕੇ ਕਿਸੇ ਨਾਲ ਵਿਚਾਰਾਂ ਕਰਨੀਆਂ ਸਨ, ਗੋਸ਼ਟੀਆਂ। ਪਰ ਬੇੜੇ ਦੇ ਵਿੱਚ ਲੋਕ ਬਹੁਤ ਸਨ, ਬੈਠਣ ਵਾਸਤੇ ਥਾਂ ਨਾ ਮਿਲੀ। ਔਰ ਇਹ ਉਹਨਾਂ ਦਾ ਮੰਨਣਾ ਸੀ ਕਿ ਜਿਹੜਾ ਵਿਦਵਾਨ ਹੋਵੇ ਨਾ, ਭਾਵੇਂ ਛੋਟੀ ਉਮਰ ਦਾ ਹੀ ਹੋਵੇ, ਔਰ ਖਾਸ ਕਰਕੇ ਪੰਡਿਤ ਵਿਦਵਾਨ ਹੋਵੇ, ਬ੍ਰਾਹਮਣ ਹੋਵੇ, ਉਹਨੂੰ ਜਿਹੜਾ ਕੋਈ ਹੋਰ ਗੇਰਵੇਂ ਕੱਪੜੇ ਵਾਲਾ ਹੈ ਜਾਂ ਕੋਈ ਸਾਧੂ ਹੈ, ਉਹ ਉੱਠ ਕੇ ਸਨਮਾਨ ਕਰੇ, ਭਾਵੇਂ ਵੱਡੀ ਉਮਰ ਦਾ ਵੀ ਹੋਵੇ। ਇਹ ਉਹਨਾਂ ਦਾ ਮੰਨਣਾ ਸੀ, ਬਣਾਇਆ ਹੋਇਆ ਸੀ ਉਹਨਾਂ ਦਾ। ਪਰ ਜਦੋਂ ਉੱਥੇ ਦੇਖਿਆ ਕਿ ਐਡਾ ਵੱਡਾ ਮੈਂ ਪ੍ਰਚਾਰਕ, ਐਡਾ ਵੱਡਾ ਕਥਾ ਕਰਨ ਵਾਲਾ, ਇਸ ਬੇੜੇ 'ਚ ਬੈਠੇ ਹੋਏ 4 ਲੋਕ ਜਿਹੜੇ ਇਹਨਾਂ 'ਚ ਕੋਈ ਵੀ ਨਹੀਂ ਜਾਣਦਾ, ਕਿਸੇ ਥਾਂ ਵੀ ਨਹੀਂ ਦਿੱਤੀ, ਕਿਸੇ ਚੁੱਕ ਕੇ ਨਮਸਤੇ ਵੀ ਨਹੀਂ ਬਣਾਈ। ਉਹ ਸਾਹਮਣੇ ਇੱਕ ਬੈਠਾ ਬਜ਼ੁਰਗ 80 ਕੁ ਸਾਲ ਦਾ ਜਾ ਕੇ ਮੋਢਿਆਂ ਤੋਂ ਫੜ ਕੇ ਕਹਿੰਦਾ ਕਿ ਮੈਨੂੰ ਪਛਾਣਿਆ ਨਹੀਂ। ਉਸ ਬਜ਼ੁਰਗ ਨੇ ਉੱਤੇ ਨਹੀਂ ਦੇਖਿਆ, ਜਵਾਬ ਦੇ ਦਿੱਤਾ, ਕਹਿੰਦੇ ਮੈਂ ਤੇ ਆਪਣੇ ਆਪ ਨੂੰ ਨਹੀਂ ਪਛਾਣਿਆ ਭਾਈ, ਇੰਨਾ ਟਾਈਮ ਕਿੱਥੇ ਕਿ ਤੈਨੂੰ ਪਛਾਣਾ। ਹੁਣ ਉਹਦਾ ਵਾਹ ਕਿਸੇ ਪੁੱਜੇ ਹੋਏ ਨਾਲ ਪਿਆ। ਉਹਨੇ ਫਿਰ ਕਿਹਾ ਕਿ ਮੈਂ ਗੁਰੰਗ ਗੁਸਾਈ, ਮੈਂ ਵਿਦਵਾਨ। ਉਸ ਬਜ਼ੁਰਗ ਨੇ ਫਿਰ ਅੱਖਾਂ ਉੱਤੇ ਚੁੱਕੀਆਂ, ਅੱਛਾ, ਕਹਿੰਦੇ ਤੂੰ ਹੀ ਹੈ ਉਹ ਮੂਰਖ। ਕਿਉਂਕਿ ਅੱਗੇ ਸਾਹਮਣੇ ਕਮਾਈ ਵਾਲਾ ਉਹ ਜੋ ਕੁਝ ਕਹਿੰਦਾ ਹੈ ਉਹਨੂੰ ਕਰਦਾ ਵੀ ਹੈ, ਪਰ ਉਹ ਇੱਕ ਵਿਦਵਾਨ ਤੇ ਜ਼ਰੂਰ ਹੈ, ਪਰ ਕਹਿੰਦਾ ਕਰਦਾ ਕੋਈ ਨਹੀਂ। ਹੁਣ ਉਹ ਅੰਦਰ ਹੋਮੇ ਨੂੰ ਸੱਟ ਹੋਰ ਵੱਜੇ ਕਿ ਐਡਾ ਵੱਡਾ ਮੈਂ ਗਿਆਨੀ, ਗੁਣੀ ਗਿਆਨੀ, ਔਰ ਮੈਨੂੰ ਇੱਕ ਬਜ਼ੁਰਗ ਜਿਹੜਾ ਹੈ ਸਾਧੂ, ਇਹ ਕਹਿੰਦਾ ਤੂੰ ਮੂਰਖ ਹੈ। ਪਰ ਕਿਤੇ ਨਾ ਕਿਤੇ ਅੰਦਰ ਨੂੰ ਗੱਲ ਟੁੰਬੀ ਕਿ ਬਾਬਾ ਮੈਂ ਮੂਰਖ ਕਿਵੇਂ? ਕਹਿੰਦੇ ਜਿਹੜੇ ਰਾਮ ਦੀਆਂ ਗੱਲਾਂ ਤੂੰ ਲੋਕਾਂ ਨੂੰ ਸੁਣਾਉਣਾ, ਉਸ ਰਾਮ ਨਾਲ ਵੀ ਕਦੇ ਗੱਲ ਕੀਤੀ ਹੈ ਕਿ ਨਹੀਂ? ਕਿਉਂਕਿ ਗੱਲਾਂ ਸੁਣਾਉਣੀਆਂ ਕੁਝ ਹੋਰ, ਉਹਦੇ ਨਾਲ ਗੱਲ ਕਰਨੀ ਕੁਝ ਹੋਰ ਹੈ। ਇਹ ਇੰਨੇ ਗ੍ਰੰਥ ਪੜ੍ਹ ਕੇ ਤੂੰ ਯਾਦ ਕਰ ਲੈ, ਤੈਨੂੰ ਕਦੇ ਰਾਮ ਵੀ ਚੇਤੇ ਆਇਆ ਕਿ ਨਹੀਂ? ਰਾਮ ਚੇਤੇ ਹੋਇਆ ਕਿ ਨਹੀਂ? ਕਿਉਂਕਿ ਹੁਣ ਜਿਹੜੇ ਕਿਤਾਬਾਂ ਪੜ੍ਹ ਕੇ ਗਿਆਨੀ ਬਣੇ, ਉਹਨਾਂ ਦਾ ਕਹਿਣਾ ਰਾਮ 2 ਅੱਖਰ ਦਾ ਤੇ ਸ਼ਬਦ ਹੈ, ਚੇਤੇ ਸਭ ਨੂੰ ਚੇਤੇ ਹੈ। ਪਰ ਅੰਦਰ ਨੂੰ ਉਹ ਗੱਲ ਜ਼ਰੂਰ ਵਾਰ-ਵਾਰ ਉਹਦੇ ਟੁੰਬੇ। ਉਹ ਗਿਆ ਵੀ, ਕਥਾ ਵੀ ਕੀਤੀ, ਜਿੱਤ ਵੀ ਗਿਆ, ਹਰਾ ਕੇ ਵਾਪਸ ਆ ਗਿਆ। ਪਰ ਉਸ ਬਜ਼ੁਰਗ ਦੇ ਗੱਲ ਫਿਰ ਅੰਦਰ ਕੰਨਾਂ 'ਚ ਉਵੇਂ ਆਵਾਜ਼ ਪਏ ਕਿ ਰਾਮ ਕਦੇ ਚੇਤੇ ਵੀ ਆਇਆ ਕਿ ਨਹੀਂ? ਤੇ ਹਕੀਕਤ ਇਹ ਸੀ ਕਿ ਉੱਥੇ ਵਿਚਾਰਾ ਕਰਨ ਲੱਗਿਆ ਵੀ ਰਾਮ ਭੁੱਲਦਾ ਸੀ, ਜਿੱਥੇ ਜਾਂਦਾ ਸੀ ਹੁਮੇ ਕਰਕੇ ਰਾਮ ਦੇ ਚੇਤੇ ਰਹਿੰਦਾ ਹੀ ਨਹੀਂ ਸੀ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਕਹਿੰਦੇ ਜਿਹ ਪ੍ਰਾਨੀ ਹੋਮੈ ਤਜੇ ਕਰਤਾ ਰਾਮ ਪਛਾਣ। ਤੇ ਜਿਹਦੇ ਅੰਦਰ ਹੋਮੈ ਉਹਨੇ ਰਾਮ ਦੀ ਪਛਾਣ ਕਿੱਥੋਂ ਕਰਨੀ ਹੈ? ਸਤਿਗੁਰੂ ਦਾ ਪਾਵਨ ਬਚਨ ਹੈ, ਕਹਿੰਦੇ ਜਿਹ ਪ੍ਰਾਨੀ ਹੋਮੈ ਤਜੇ ਕਰਤਾ ਰਾਮ ਪਛਾਣ। ਕਹੋ ਨਾਨਕ ਉਹ ਮੁਕਤ ਨਰ ਇਹ ਮਨ ਸਾਚੇ ਮਾਨ। ਸਤਿਗੁਰੂ ਜੀ ਕਹਿੰਦੇ ਨੇ ਮਨਾਂ ਇਹਨੂੰ ਸੱਚੇ ਕਰਕੇ ਮੰਨ ਲਈ, ਮੁਕਤ ਹੋਈ ਜਿਹਨੇ ਰਾਮ ਦੀ ਪਛਾਣ ਕਰ ਲਈ। ਪਰ ਇਹ ਗੁਰੰਗ ਗੁਸਾਈ ਕਹਿੰਦੇ ਵਾਪਸ ਤੇ ਚਲਾ ਗਿਆ, ਇਹਨੇ ਕਥਾ ਕਰਨੀ ਛੱਡ ਦਿੱਤੀ
कि सचमुच राम चेते तो कोई नहीं रहिंदा। इन्हें ज्यों याद करन दा रट्टा लाउण दा अभ्यास किया कि राम चेते रह जे, राम कदे ना भुले। 12 साल लंघ गए पर इनू राम फिर भी भुले। 12 साल बाद वापस उसे गंगा तो पार होके जाना सी, बेड़ी दे विच बैठा वो साधु फिर मिल गया अगे। पर हुण फर्क इन्ना से, उदों ये मोढियां तो फड़ के कहंदा सी बाबा पछाणिया, अज बाबे दे कोल जाके गोडे तो फड़ के कहंदा झुक के थले कि बाबा पछाणी, मैं मूर्ख गुरंग गुसाई। कहते साधु ने फिर उत्ते देखिया, अच्छा कहते सचमुच बाबा 12 साल हो गए राम कोई नहीं याद होया। और कुछ जवाब मिला, भांडा तैयार हो गया है, अंदरों मैं निकल गई है ना, हुण वो राम अंदर टिकेगा जरूर है। तो जे अंदर वो रवे तो फिर बाबा रविदास जी अज कहते हैं कि जब हम होते तब तू नहीं। बस अंदरों इस हम नू मैं नू कढ़न लिए भांडा तैयार करना है, वो तो आके टिके टिके वो तो है ही अंदर। और ये जिहड़ी मैं है फिर कई तरीकों के नाल होती है। ये धार्मिक ग्रंथ पढ़ के कुछ विद्या आ जाए तो बदो बदी आती है, ये रुपया पैसा आ जाए तो बदो बदी आती है। और बड़िया तरीकों के नाल गुरु साहब ने पावन बचन कहे ने, कहते पाठ पढ़ियो और वेद विचारियो निवन भेमगम साधे। हुण ऐसे धर्म के कर्म ना पाठ पढ़ना माड़ी गल तो नहीं, पर जिवें बेनती की सी कि मैं कह दिता नहीं संशय पढ़ना है, उन्हें कह दिता सहसा पढ़ना है। पढ़िया तो जरूर, विचारिया तो जरूर, पर असल में कमाई की कोई नहीं। और फिर बेनती करते हैं कि देखो बिंदी ला के जोड़े पढ़ते हैं व्याकरण अर्थ को समझ के पढ़ते हैं वो भी ठीक ने। इसका मतलब जोड़े बिंदी नहीं लाते वो गलत नहीं, कि जिन्ने जिन्ने किसी को बुद्ध है, जिन्ना जिन्ना भांडा है इस सागर विचों, तो उन्ना ज्ञान किसी ने भरना है। पाठ पढ़ियो और वेद विचारियो निवल भेमगम साधे। पर पाठ पढ़ के करना की सी, न्यौली कर्म तो कर ले। हुण वो पाठ केवल वो न्यौली कर्म करने वाले नहीं, पाठ से भी पढ़ना है। और ये तो गुरु के सिख का धर्म भी है कि एक सहज पाठ उनके जीवन में चलते रहे। हुण पाठ पढ़ के करना कि सी, जो कुछ करना है सो तो किया नहीं। पहली गल पाठ पढ़ी ही नहीं सी तो पढ़ाया ही है। पढ़ाने वाले पस्ती बुरे के पढ़ दो, पाठ पढ़ के करना कि सी, अंदर की मैं नूं छड्डना सी, अंदर के विकारां नूं कढना सी। पर कहते पंच जना सो संग न छुटकियो अधिक अहंग बुद्ध बाधे। धन गुरु नानक देव सच्चे पातशाह ही कृपा करते हैं, उन्होंने पंजा ने दिखाना छड्डी नहीं। पाठ बड़े पढ़े, उन्होंने पंजा नूं जिहड़ा कढना सी उन्होंने तो खैड़ा छड्डे नहीं। और फिर गुरु साहब जी कहते हैं प्यारे इन बिद मिलन न जाए, मैं किए कर्म अनेका। भाई इन बिद इन्हां तरीकों नाल नहीं मिलिया जा सकता कि पाठ पढ़ी चलो विचारो, भावें विचार कर भी लो, उन्होंने जीवन में लैके ना। पहली गल असीं पढ़ना ही नहीं, पढ़ाना ही पढ़ाना। तो गुरु साहब जी कहते हैं पढ़ाई चल फिर। पर वो प्यारिया इनके नाल मिलाप नहीं होना, मिलिया नहीं जा सकता। क्योंकि विद्या पढ़ के, पढ़ाई पढ़ के कई बार माण इन्ना होंदा कि मेरे वर्गा सियाणा कौन। और जिन्हों यह हंकार हो जाए ना, असल में फिर गुरु साहब का एक पावन वचन है, कहते हवा चलती हो ना जदों, बाबा कबीर जी ने एक पावन वचन भी किया है, देखो भाई ज्ञान की आई आंधी, सबे उडानी भरम की टाटी, रहे न माया बंदी। जदों ज्ञान की हनेरी चलती है ना, फिर जो हुणे की टीसी उत्ते चढ़िया वो डिगदा जरूर है। और सतगुरु का पावन वचन है, जे को हवा तेज चलती हो, कोई रुख के उत्ते चढ़िया हो तो डिगन का डर तो फिर उन्होंने ही है ना। जोड़ा पहलों धरती से लम्बे पिया हो, फिर हनेरी आ भी जाए उन्हें डिगना तो नहीं।
ਔਰ ਜਿਹੜਾ ਪਹਿਲੋਂ ਹੀ ਨਿਮਰਤਾ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਢਹਿ ਪਿਆ ਹੋਵੇ, ਫਿਰ ਉਹਨੂੰ ਡਿੱਗਣ ਦਾ ਡਰ ਰਹਿੰਦਾ ਹੀ ਨਹੀਂ। ਡਰ ਉਹਨੂੰ ਜਿਹਦੇ ਕੋਲ ਹੋਵੇ ਹੈ। ਸਤਿਗੁਰੂ ਦਾ ਪਾਵਨ ਬਚਨ ਹੈ, ਕਹਿੰਦੇ ਉੱਚਾ ਚੜੇ ਸੋ ਪਵੇ ਪਿਆਲਾ, ਧਰਨ ਪੜੇ ਤਿਸ ਲੱਗੇ ਨਾ ਕਾਲਾ। ਜਿਹੜਾ ਧਰਤੀ ਤੇ ਪਹਿਲੋਂ ਡਿੱਗਿਆ ਪਿਆ ਉਹਨੂੰ ਕਾਹਦਾ ਡਰ। ਹੁਣ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਹੋਮੇ ਕਿਵੇਂ ਹੁੰਦੀ ਹੈ। ਇਹ ਹੋਮੇ ਜਦੋਂ ਆ ਜਾਏ ਤੇ ਕਰਦੀ ਕੀ ਹੈ। ਜੱਜਾ ਜਾਣੈ ਹੋ ਕਿਛ ਹੁਆ, ਬਾਧਿਓ ਜੋ ਨਲਣੀ ਭਰਮ ਸੁਆ। ਭਰਮ ਤੇ ਸੁਆ ਕਹਿੰਦੇ ਨੇ ਤੋਤਾ। ਬਸ ਜਦੋਂ ਭਰਮ ਹੀ ਐਸਾ ਪੈ ਜੇ, ਇੱਕ ਤੋਤਾ ਜਿਹੜਾ ਪਿੰਜਰੇ ਦੇ ਵਿੱਚ ਬੰਨਿਆ ਹੋਇਆ ਹੈ, ਉਹ ਪਿੰਜਰੇ ਦੇ ਵਿੱਚ ਰਹਿ ਕੇ ਉਹਨੂੰ ਭਰਮ ਐਸਾ ਪੈ ਜਾਂਦਾ ਕਿ ਸ਼ਾਇਦ ਮੇਰਾ ਜੀਵਨ ਹੈ ਹੀ ਇਹ। ਕੁਝ ਦਿਨ ਪਿੰਜਰੇ 'ਚ ਰਹਿੰਦਾ, ਖਾਣਾ ਮਿਲਦਾ, ਚੋਗਾ ਮਿਲਦਾ, ਪਾਣੀ ਮਿਲਦਾ ਹੈ। ਜੇ ਕਿਤੇ ਉਡਾਰੀ ਲਾ ਵੀ ਜਾਏ ਉੱਡੇ, ਤੇ ਫਿਰ ਪਿੰਜਰੇ 'ਚ ਆਉਂਦਾ ਕਿ ਮੇਰਾ ਸ਼ਾਇਦ ਘਰ ਹੀ ਹੈ, ਕਿਉਂਕਿ ਭੁਲੇਖਾ ਪੈ ਗਿਆ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਹੀ ਜਾਣਦਾ ਕਿ ਸ਼ਾਇਦ ਮੈਂ ਹੀ ਕੁਝ ਹਾਂ, ਉਹ ਤੋਤੇ ਦੀ ਤਰ੍ਹਾਂ ਬਸ ਹੈ ਹੋਮੇ ਦੇ ਪਿੰਜਰੇ ਵਿੱਚ ਹੀ ਬੰਦ। ਜੱਜਾ ਜਾਣੈ ਹੋ ਕਿਛ ਹੁਆ, ਬਾਧਿਓ ਜੋ ਨਲਣੀ ਭਰਮ ਸੁਆ। ਜੋ ਜਾਣੈ ਹੋ ਭਗਤ ਗਿਆਨੀ, ਆਗੇ ਠਾਕੁਰ ਤਿਨ ਨਹੀਂ ਮਾਨੀ। ਜਿਹੜਾ ਸਮਝਦਾ ਮੇਰੇ ਵਰਗਾ ਭਗਤ ਹੀ ਕੋਈ ਨਹੀਂ, ਗਿਆਨੀ ਕੋਈ ਨਹੀਂ, ਵਿਦਵਾਨ ਕੋਈ ਨਹੀਂ, ਰੱਬ ਦੇ ਦਰ ਤੇ ਅੱਗੇ ਜਾ ਕੇ ਤਿਲ ਜਿਹੀ ਕੀਮਤ ਨਹੀਂ ਪੈਣੀ। ਕਹਿੰਦੇ ਜੋ ਜਾਣੈ ਹੋ ਕਥ ਨਹੀਂ ਕਰਤਾ। ਜਿਹੜਾ ਇਹ ਸਮਝਦਾ ਕਿ ਮੇਰੇ ਵਰਗਾ ਵਿਖਿਆਨ ਕਿਹੜਾ ਕਰ ਸਕਦਾ, ਕਥ ਨਹੀਂ ਕਰਤਾ, ਕਥਾ ਕਿਹੜਾ ਕਰ ਸਕਦਾ ਹੈ। ਆਪਾਂ ਕਹਿੰਦੇ ਨਾ ਬੜਾ ਮਹਾਨ ਪ੍ਰਚਾਰਕ, ਕਥਾਵਾਚਕ, ਮੇਰੇ ਵਰਗਾ ਕਿਹੜਾ ਹੈ। ਜੋ ਜਾਣੈ ਹੋ ਕਥ ਨਹੀਂ ਕਰਤਾ। ਪਰ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਜੀਵਨ ਹੈ ਕੈਸਾ। ਕਥਨੀ ਤਾਂ ਬੜੀ ਸੋਹਣੀ ਕਰਦਾ ਹੈ, ਪਰ ਉਹ ਕਥਨੀ ਦੇ ਮੁਤਾਬਕ ਜੇ ਚੱਲਦਾ ਨਹੀਂ ਤੇ ਉਹਦਾ ਜੀਵਨ ਉਸ ਵਪਾਰੀ ਵਰਗਾ ਹੈ ਕਿ ਵਪਾਰੀ ਬਸਤਾ ਜੋ ਫਿਰਦਾ। ਔਰ ਇਹ ਵਪਾਰੀ ਆਪ ਪਿੰਡਾਂ ਵਿੱਚ ਆਉਂਦੇ ਨੇ, ਸ਼ਹਿਰਾਂ 'ਚ ਕਿਤੇ ਕਿਤੇ ਆ ਜਾਂਦੇ ਨੇ। ਤੁਸੀਂ ਦੇਖੋ ਕਸ਼ਮੀਰ ਦੇ ਥਾਂ ਤੋਂ ਆਉਂਦੇ ਨੇ, ਉਹਨਾਂ ਕੋਲ ਏਡੀਆਂ ਮਹਿੰਗੀਆਂ ਮਹਿੰਗੀਆਂ ਲੋਈਆਂ, ਏਡੇ ਮਹਿੰਗੇ ਕੰਬਲ ਹੁੰਦੇ ਨੇ, ਪਰ ਆਪ ਉਹਨਾਂ ਨੂੰ ਉੱਤੇ ਪਾਟੀ ਜੀ ਉਹ ਖੇਸੀ ਨਹੀਂ ਹੁੰਦੀ ਹੈ। ਉਹ ਸਮਾਨ ਕੀਮਤੀ ਵੇਚਦੇ ਜ਼ਰੂਰ ਨੇ, ਪਰ ਆਪ ਉਹਨੂੰ ਵਰਤਦੇ ਨਹੀਂ। ਉਹ ਬਦਾਮ, ਉਹ ਅਖਰੋਟ ਆ ਕੇ ਵੇਚਦੇ ਜ਼ਰੂਰ ਨੇ, ਪਰ ਆਪ ਉਹ ਖਾ ਕੇ ਵੀ ਸ਼ਾਇਦ ਉਹਨੇ ਕਦੇ ਨਾ ਵੇਖਿਆ ਹੋਵੇ। ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਕਿ ਆਪ ਉਹ ਲੋਕਾਂ ਦੇ ਘਰ ਵਿੱਚ ਜਾ ਕੇ ਪਹਿਲੋਂ ਕਹਿ ਦਿੰਦੇ ਕਿ ਸ਼ਾਮ ਨੂੰ ਅੱਜ ਰੋਟੀ ਤੇਰੇ ਘਰੋਂ ਖਾਣਾ ਕਰ ਲਈ। ਸਮਾਨ ਬੜਾ ਕੀਮਤੀ ਵੇਚਦਾ ਹੈ। ਬਸ ਕਹਿੰਦੇ ਸੋਹਣੀ ਕਥਨੀ ਕਰਨ ਵਾਲਾ ਬਿਲਕੁਲ ਉਸ ਵਪਾਰੀ ਦੀ ਤਰ੍ਹਾਂ ਆਪਣਾ ਸਮਾਨ ਜ਼ਬਾਨ ਦੇ ਰਾਹੀਂ ਵੇਚਦਾ ਤਾਂ ਸੋਹਣਾ ਹੈ, ਕਥਾ ਤੇ ਬੜੀ ਸੋਹਣੀ ਕਰਦਾ, ਪਰ ਵਪਾਰੀ ਦੀ ਤਰ੍ਹਾਂ ਕਮਾਉਂਦਾ ਆਪ ਕੋਈ ਨਹੀਂ, ਆਪਣੇ ਕੋਲ ਕੁਝ ਨਹੀਂ ਰੱਖਦਾ। ਕਹਿੰਦੇ ਜੋ ਜਾਣੈ ਹੋ ਕਥ ਨਹੀਂ ਕਰਤਾ। ਵਪਾਰੇ ਬਸਤਾ ਜੋ ਫਿਰਤਾ। ਫਿਰ ਕਹਿੰਦੇ ਨੇ ਸਾਧ ਸੰਗੇ ਹੋਮੈ ਮਾਰੀ। ਇਸ ਹੋਮੇ ਨੂੰ ਕੱਢਿਆ ਜਾ ਸਕਦਾ ਗੁਰੂ ਦੀ ਸੰਗਤ ਵਿੱਚ ਆ ਕੇ। ਸਾਧ ਸੰਗੇ ਹੋਮੈ ਮਾਰੇ, ਨਾਨਕ ਤਾਕੋ ਮਿਲੈ ਮੁਰਾਰੀ। ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਆ ਕੇ ਜਿਹਨੇ ਇਸ ਮੈਂ ਨੂੰ ਮਾਰ ਲਿਆ, ਉਹ ਉਸ ਮੁਰਾਰੇ ਨੂੰ, ਉਸ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਜਾਂਦਾ, ਮਿਲ ਜਾਂਦਾ ਹੈ। ਹੁਣ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਹੋਮੈ, ਜਿੱਥੋਂ ਸ਼ੁਰੂ ਕੀਤੀ ਸੀ ਹੋਮੈ ਉਹਦੇ ਹੁਕਮ ਦੇ ਵਿੱਚ ਜੇ ਪੈਦਾ ਹੋਈ, ਤੇ ਸਤਿਗੁਰੂ ਜੀ ਕਹਿੰਦੇ ਨੇ ਹੋਮੈ ਆ ਗਈ ਤੇ ਕੋਈ ਗੱਲ ਨਹੀਂ, ਉਹਦੇ ਹੁਕਮ 'ਚ ਹੀ ਆਈ, ਪਰ ਕਿਸੇ ਹੱਦ ਤੱਕ ਹੋਵੇ। ਕਹਿੰਦੇ ਹੋਮੈ ਦੀਰਘ ਰੋਗ ਹੈ, ਇਹ ਲਾ ਇਲਾਜ ਰੋਗ ਨਹੀਂ। ਲੰਬਾ ਰੋਗ ਜ਼ਰੂਰ ਹੈ, ਬੜਾ ਲੰਬਾ ਹੈ। ਤੇ ਜੇ ਪੁੱਛੇ ਕਿੰਨੇ ਕੁ ਸਾਲ ਤੱਕ ਦਾ, ਸਤਿਗੁਰੂ ਦਾ ਇੱਕ ਪਾਵਨ ਬਚਨ ਹੈ ਕਿ ਜਨਮ ਜਨਮ ਕੇ ਇਸ ਮਨ ਕੋ ਮਨ ਲਾਗੇ। ਇਹ ਹੋਮੇ ਵਾਲੀ ਮੈਲ ਜਨਮਾਂ ਜਨਮਾਂਤਰਾਂ ਤੋਂ ਪਤਾ ਨਹੀਂ ਕਿੰਨੇ ਕੁ ਦੀ ਲੱਗੀ ਹੈ, ਬੜਾ ਲੰਬਾ। ਪਰ ਲੰਬੇ ਦਾ ਮਤਲਬ ਇਹ ਨਹੀਂ ਕਿ ਖਤਮ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਹੋਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਹਦੇ ਵਿੱਚ ਤੇਰਾ ਇਲਾਜ ਵੀ ਹੈ, ਇਸ ਹੋਮੇ ਤੋਂ ਬਚਿਆ ਵੀ ਜਾ ਸਕਦਾ ਹੈ। ਤੇ ਸਤਿਗੁਰੂ ਜੀ ਕਿਵੇਂ? ਕਿਉਂਕਿ ਮੇਰਾ ਗੁਰੂ ਉਹ ਵੈਦ ਹੈ ਜਿਹੜਾ ਇਕੱਲਾ ਇਲਾਜ ਦੱਸਦਾ ਹੀ ਨਹੀਂ,
ਬਿਮਾਰੀ ਨੂੰ ਕੇਵਲ ਦੱਸਦਾ ਹੀ ਨਹੀਂ, ਉਹਦਾ ਇਲਾਜ ਵੀ ਕਰਦਾ ਔਰ ਪੱਕਾ ਇਲਾਜ ਕਰਦਾ ਹੈ। ਸਤਿਗੁਰ ਜੀ ਦਾਰੂ ਕਿਵੇਂ ਬਣ ਗਈ? ਹਉਮੈ ਦੇ ਵਿੱਚ ਹੀ ਦਾਰੂ ਹੈ। ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਬਸ ਮੇਰਾ ਗੁਰੂ ਜਦੋਂ ਕਿਰਪਾ ਕਰੇ, ਗੁਰੂ ਦੇ ਸ਼ਬਦ ਨੂੰ ਕਮਾ ਲਵੇ। ਜੋ ਕੁਝ ਸਮਝ ਆਈ, ਜੋ ਕੁਝ ਕਿਹਾ, ਉਹ ਜੀਵਨ ਵਿੱਚ ਅਪਣਾ ਵੀ ਲਵੇ, ਕਰ ਵੀ ਲਵੇ। ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਨਾਨਕ ਕਹਿ ਸੁਣੋ ਜਣੋ ਇਤ ਸੰਜਮ ਦੁੱਖ ਜਾਏ। ਇਸ ਤਰੀਕੇ ਨਾਲ ਹਉਮੈ ਦਾ ਦੁੱਖ ਅੰਦਰੋਂ ਚਲਿਆ ਜਾਏਗਾ। ਪਰ ਜੇ ਨਹੀਂ ਗਿਆ, ਫਿਰ ਭਗਤ ਰਵਿਦਾਸ ਜੀ ਕਹਿੰਦੇ ਨੇ ਭਾਈ ਜਦੋਂ ਤੱਕ ਮੈਂ ਹਾਂ, ਇਹ ਗੱਲ ਪੱਕੀ ਕਿ ਉਦੋਂ ਤੱਕ ਤੂੰ ਨਹੀਂ। ਅੰਦਰੋਂ ਜਦੋਂ ਇਹ ਇਲਾਜ ਹੋ ਗਿਆ, ਮੈਂ ਚਲੀ ਗਈ, ਹਉਮੈ ਚਲਾ ਗਿਆ, ਫਿਰ ਕਹਿੰਦੇ ਅਬ ਤੂੰ ਹੀ ਮੈਂ ਨਾਹੀ। ਹੁਣ ਬਸ ਤੂੰ ਹੀ ਤੂੰ, ਮੈਂ ਤਾਂ ਹੈ ਹੀ ਨਹੀਂ, ਮੈਂ ਕਿਤੇ ਰਹਿ ਹੀ ਨਹੀਂ। ਫਿਰ ਅੱਗੇ ਉਦਾਹਰਨਾਂ ਦਿੱਤੀਆਂ ਕਿਵੇਂ ਜੀ? ਕਹਿੰਦੇ ਅਨਲ ਅਗੰਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਅਨਲ ਅਗੰਮ ਜੈਸੇ ਲਹਿਰ ਮੈਂ ਉਦਤ। ਜਦੋਂ ਹਵਾ ਤੇਜ਼ ਚੱਲੇ, ਲਹਿਰ ਮੈਂ ਉਦਤ ਦਾ ਅਰਥ ਹੁੰਦਾ ਸਮੁੰਦਰ। ਸਮੁੰਦਰ ਜਿਹੜਾ ਸਾਰਾ ਲਹਿਰਮਈ ਹੋ ਜਾਂਦਾ, ਲਹਿਰੇ ਲਹਿਰਾਂ ਉੱਠਦੀਆਂ ਨੇ, ਕਈ ਵਾਰੀ ਬੜੀਆਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਵੀ ਉੱਠਦੀਆਂ ਨੇ। ਔਰ ਉਹਨੂੰ ਵੇਖ ਕੇ ਕਦੇ ਭੁਲੇਖਾ ਲੱਗ ਸਕਦਾ ਹੈ ਕਿ ਲਹਿਰਾਂ ਕੁਛ ਹੋਰ ਨੇ, ਸਮੁੰਦਰ ਦਾ ਪਾਣੀ ਕੁਛ ਹੋਰ ਹੈ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਜਲ ਕੇਵਲ ਜਲ ਮਈ ਹੈ। ਤਾਂ ਪਾਣੀ ਦੇ ਵਿੱਚ ਪਾਣੀ ਹੈ ਨਾ, ਹਵਾ ਦੇ ਦੋਸ਼ ਕਰਕੇ ਬਸ ਉੱਚਾ ਉੱਠ ਗਿਆ। ਇਵੇਂ ਰੱਬ ਤੇ ਸਾਡੇ ਵਿੱਚ ਕੋਈ ਫਰਕ ਨਹੀਂ। ਬਸ ਇਹ ਫਰਕ ਜੇ ਹੈ ਤੇ ਇਹਨਾਂ ਕੋਲ ਸਾਡੇ ਕੋਲ ਪੰਜ ਤੱਤ ਦਾ ਇੱਕ ਪੁਤਲਾ ਹੈ। ਅਸੀਂ ਸਮਝ ਲਿਆ ਰੱਬ ਕਿਤੇ ਬਾਹਰ ਰਹਿੰਦਾ, ਪਰ ਰੱਬ ਤੇ ਦੇ ਵਿੱਚ ਹੀ ਹੈ। ਅੱਗੇ ਫਿਰ ਉਦਾਹਰਨ ਦਿੱਤੀ, ਕਿੰਨਾ ਕੁ ਭੁਲੇਖਾ ਪਿਆ ਜੀ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਕਹਿੰਦੇ ਜਿਵੇਂ ਨਰਪਤ ਇੱਕ ਰਾਜਾ ਆਪਣੇ ਸਿੰਘਾਸਣ ਦੇ ਹੈ, ਨੀਂਦ ਆ ਗਈ, ਔਰ ਨੀਂਦ ਦੇ ਵਿੱਚ ਸੁਪਨਾ ਆਇਆ ਕਿ ਘਰ ਘਰ ਵਿੱਚ ਜਾ ਕੇ ਭੀਖ ਮੰਗਦਾ ਹੈ। ਮੈਂ ਤਾਂ ਅਸਲ ਵਿੱਚ ਰਾਜਾ ਘਰ ਘਰ 'ਚ ਭੀਖ ਸੁਪਨੇ 'ਚ ਮੰਗ ਰਿਹਾ ਹੈ ਤੇ ਭੁਲੇਖਾ ਹੀ। ਹੁਣ ਇਹ ਗੱਲ ਕਹਿੰਦੇ ਸਾਰੇ ਨੇ ਕਿ ਮਨੁੱਖ ਜਿਹੜਾ 84 ਲੱਖ ਦਾ ਸਰਦਾਰ ਹੈ, ਪਰ ਜਦੋਂ ਡੇਰਿਆਂ 'ਤੇ ਜਾ ਕੇ ਭੀਖ ਮੰਗਦਾ, ਫਿਰ ਉਦੋਂ ਸ਼ਰਮ ਨਹੀਂ ਹੁੰਦੀ ਕਿ ਸਰਦਾਰ ਵੀ ਕਦੇ ਭੀਖ ਮੰਗਦਾ ਹੈ। ਇਹ ਰਾਜੇ ਤੇ ਛੋਟੀ ਗੱਲ, 84 ਲੱਖ ਦਾ ਸਰਦਾਰ ਵੀ ਆਪਣੇ ਆਪ ਨੂੰ ਕਹਿੰਦਾ ਹੈ। ਤੇ ਠੂਠਾ ਫੜ ਕੇ ਜੇ ਕਿਸੇ ਕੋਲੋਂ ਭੀਖ ਮੰਗੇ, ਹੁਣ ਸਤਿਗੁਰੂ ਜੀ ਨੇ ਤੇ ਕਿਰਪਾ ਕਰਕੇ ਸਮਝਾਇਆ ਤੇ ਇਹਨਾਂ ਭਾਵਰਤ ਤੇ ਹੀ ਹੈ ਰਾਜਾ ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ। ਔਰ ਸਾਨੂੰ ਲੱਗਦਾ ਕਿ ਸ਼ਾਇਦ ਫਲਾਣੇ ਡੇਰੇ ਤੇ ਜਾ ਕੇ ਬੜਾ ਕੁਛ ਮਿਲ ਜਾਏਗਾ, ਹੈ ਤੇ ਸਾਡਾ ਭੁਲੇਖਾ ਹੀ। ਔਰ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ। ਭਗਤ ਰਵਿਦਾਸ ਜੀ ਕਹਿੰਦੇ ਭੁਲੇਖਾ ਕਹਿੰਦੇ ਉਹਨੂੰ ਨੇ, ਜੈਸਾ ਮਾਨੀਏ ਹੋਏ ਨਾ ਤੈਸਾ। ਜੈਸਾ ਅਸੀਂ ਮੰਨ ਬੈਠੇ ਐਸਾ ਹੈ ਨਹੀਂ। ਉਹ ਅਸਲ ਵਿੱਚ ਭਿਖਾਰੀ ਹੈ ਨਹੀਂ, ਹੈ ਤੇ ਰਾਜਾ। ਅਗਲੀ ਉਦਾਹਰਨ ਫਿਰ ਦਿੱਤੀ, ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੂਗਤ ਪਈ ਹਮਾਰੀ। ਜਿਵੇਂ ਇੱਕ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਹੋ ਗਿਆ, ਆਪਣੇ ਰਾਜ ਤੋਂ ਵਿਛੜ ਕੇ। ਉਹ ਜਦੋਂ ਤੱਕ ਉਹਦਾ ਸੁਪਨਾ ਚੱਲਿਆ ਉਦੋਂ ਤੱਕ ਦੁਖੀ ਰਿਹਾ। ਸੋਗਤ ਪਈ ਹਮਾਰੀ। ਭਗਤ ਰਵਿਦਾਸ ਜੀ ਕਹਿੰਦੇ ਨੇ ਬਸ ਸਾਡੀ ਹਾਲਤ ਬਿਲਕੁਲ ਉਸੇ ਤਰ੍ਹਾਂ ਦੀ ਹੈ। ਉਦੋਂ ਤੱਕ ਦੁਖੀ ਹਾਂ ਜਦੋਂ ਤੱਕ ਇਹ ਭੁਲੇਖਾ ਕਿ ਰੱਬ ਕੋਈ ਹੋਰ ਹੈ, ਮੈਂ ਕੋਈ ਹੋਰ ਹਾਂ, ਰੱਬ ਕਿਤੇ ਹੋਰ ਰਹਿੰਦਾ, ਮੈਂ ਕਿਤੇ ਹੋਰ ਤੁਰਿਆ ਫਿਰਦਾ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਣਾਇਆ। ਅੱਗੇ ਉਦਾਹਰਨ ਦਿੱਤੇ, ਰਾਜ ਦਾ ਅਰਥ ਰਜੂ। ਕਹਿੰਦੇ ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਜਿਵੇਂ ਰਾਤ ਤੇ ਭਿਅੰਗ। ਜਿਵੇਂ ਰਾਤ ਨੂੰ ਇੱਕ ਸੱਪ ਤੇ ਰੱਸੀ ਦਾ ਪ੍ਰਸੰਗ ਹੈ, ਰਜੂ ਰੱਸੀ। ਅਬ ਕਛ ਮਰਮ ਜਣਾਇਆ। ਹੁਣ ਰਾਤ ਨੂੰ ਹਨੇਰੇ 'ਚ ਪਈ ਹੈ ਰੱਸੀ, ਹਿੱਲਦੀ ਹੈ ਬੰਨ੍ਹਣ, ਤੇ ਭੁਲੇਖਾ ਇਹ ਪੈਂਦਾ ਕਿ ਕੋਈ ਸੱਪ ਹੈ। ਪਰ ਜਦੋਂ ਕਿਸੇ ਸਿਆਣੇ ਨੇ ਲਾਈਟ ਬਾਲੀ ਜਾਂ ਦਿਨ ਚੜ੍ਹਿਆ ਤੇ ਭੁਲੇਖਾ ਦੂਰ ਹੋ ਗਿਆ ਕਿ ਨਹੀਂ ਇਹ ਤੇ ਸੱਪ ਹੈ, ਇਹ ਸੱਪ ਨਹੀਂ, ਇਹ ਤੇ ਰੱਸੀ ਹੈ। ਅਬ ਕਛ ਮਰਮ ਜਨਾਇਆ। ਜਦੋਂ ਗੁਰੂ ਨੇ ਅੰਦਰ ਗਿਆਨ ਦਾ ਦੀਵਾ ਬਾਲਿਆ, ਸਮਝ ਆ ਗਈ ਕਿ ਜਿਹਨੂੰ ਸੱਪ ਸਮਝਣਾ ਸੀ, ਸੱਪ ਨਹੀਂ ਹੈ ਤੇ ਰੱਸੀ।
ਉਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਸਾਨੂੰ ਸਮਝਾਇਆ ਕਿ ਜਦੋਂ ਤੱਕ ਭੁਲੇਖਾ ਸੀ ਸੰਸਾਰ ਜ਼ਹਿਰ ਲੱਗਦਾ ਸੀ। ਇਹ ਵਿਸ ਸੰਸਾਰ ਤੁਹਾਨੂੰ ਦੇਖਦੇ ਕਿਉਂਕਿ ਭੁਲੇਖਾ ਸੀ ਨਾ। ਪਰ ਕਹਿੰਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੇ ਆਇਆ। ਹੁਣ ਜਦੋਂ ਭੁਲੇਖਾ ਨਿਕਲ ਗਿਆ ਸਮਝ ਲੱਗਿਆ ਤੇ ਆਪ ਹੀ ਰੱਬ ਹੈ। ਸੰਸਾਰ ਦੇ ਰੱਬ ਕਿਤੇ ਵੱਖਰਾ ਨਹੀਂ। ਹੁਣ ਅੱਗੇ ਉਦਾਹਰਨ ਦਿੱਤੇ ਕਿਵੇਂ ਵੱਖਰਾ ਨਹੀਂ। कनक कटक जैसे फूल परे, अब कहते कहन न आया। अणक कटक जैसे फूल परे कटक सोना। ਹੁਣ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਨੇ, ਇਹਦੇ 'ਚ ਕੋਈ ਭੁੱਲ ਜੇ ਕਿ ਸੋਨਾ ਕੁਝ ਹੋਰ ਹੈ, ਗਹਿਣੇ ਕੁਝ ਹੋਰ ਨੇ, ਤੇ ਕੋਈ ਸਮਝਣ ਵਾਸਤੇ ਕਹਿੰਦੇ ਇੱਕ ਪੰਡਿਤ ਉਹ ਇੱਕ ਭਗਵਾਨ ਦੀ ਮੂਰਤੀ ਵੇਚਣ ਵਾਸਤੇ ਚੱਲਿਆ ਸੋਨੇ ਦੀ। ਔਰ ਮੂਰਤੀ ਦੇ ਨਾਲ ਉਹ ਜਿਹੜੇ ਰੱਥ 'ਤੇ ਬੈਠਦਾ ਸੀ, ਰੱਥ ਵੀ ਸੋਨੇ ਦਾ ਬਣਿਆ, ਉਹਨੇ ਰੱਥ ਵੀ ਲੈ ਲਿਆ। ਸੁਨਾਰੇ ਕੋਲ ਲੈ ਗਿਆ ਤੇ ਸੁਨਾਰੇ ਨੇ ਜਦੋਂ ਵਜ਼ਨ ਕੀਤਾ, ਉਹਨੇ ਰੱਥ ਦੀ ਕੀਮਤ ਜ਼ਿਆਦਾ ਪਾਈ ਤੇ ਭਗਵਾਨ ਦੀ ਮੂਰਤੀ ਦੀ ਕੀਮਤ ਘੱਟ ਪਾਈ, ਕਿਉਂਕਿ ਉਹ ਆਪਣਾ ਵਿਸ਼ਵਾਸ ਰੱਖਦਾ ਸੀ। ਕਹਿੰਦਾ ਕਿ ਇਹ ਤੇ ਭਗਵਾਨ ਹੈ, ਇਹਦੀ ਕੀਮਤ ਜ਼ਿਆਦਾ ਹੋਣੀ ਚਾਹੀਦੀ ਹੈ। ਹੁਣ ਸੁਨਿਆਰਾ ਕਹਿੰਦਾ ਕਿ ਤੇਰੇ ਹਿਸਾਬ ਨਾਲ ਭਗਵਾਨ ਹੋਏਗਾ, ਪਰ ਮੈਨੂੰ ਤਾਂ ਸੋਨਾ ਹੀ ਨਜ਼ਰ ਆ ਰਿਹਾ ਨਾ, ਕਿਉਂਕਿ ਰੱਥ ਦੇ ਵਜਨ ਜ਼ਿਆਦਾ ਹੈ, ਕੀਮਤ ਜ਼ਿਆਦਾ ਹੋਵੇਗੀ। ਜੇ ਵਜਨ ਘੱਟ ਹੈ ਤਾਂ ਕੀਮਤ ਘੱਟ ਹੋਏਗੀ, ਕਿਉਂਕਿ ਹੈ ਤਾਂ ਸੋਨਾ ਹੀ। ਹੁਣ ਕਹਿੰਦੇ ਨੇ ਬਸ ਸਾਡੇ ਵਿੱਚ ਤੇ ਰੱਬ ਵਿੱਚ ਇੰਨਾ ਕੁ ਫਰਕ ਹੈ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਨੇ। ਤੇ ਜਦੋਂ ਇਹਨਾਂ ਨੂੰ ਭੰਗਾਰਿਆ ਗਿਆ, ਕਹਿੰਦੇ ਅਬ ਕਹਿਤੇ ਕਹਿਣਾ ਹੈ, ਜਦੋਂ ਜੋਤ ਦੇ ਵਿੱਚ ਮਿਲ ਗਈ, ਜਦੋਂ ਅੰਦਰ ਬੈਠੇ ਹੋਏ ਰੱਬ ਨੂੰ ਪਛਾਣ ਲਿਆ। ਅਬ ਕੁਛ ਕਹਿਤੇ ਕਹਿਣ ਆਇਆ। ਹੁਣ ਕੁਝ ਨਹੀਂ ਕਿਹਾ ਜਾ ਸਕਦਾ ਕਿ ਰੱਬ ਕੌਣ ਹੈ, ਮੈਂ ਕੌਣ ਹੈ, ਸੋਨਾ ਕਿਹੜਾ ਹੈ ਤੇ ਗਹਿਣਾ ਕਿਹੜਾ ਹੈ। ਕਿਉਂ ਜੀ? ਕਹਿੰਦੇ ਅੱਗੇ ਸਰਬੇ ਏਕ ਅਨੇਕੈ ਸੁਆਮੀ, ਕਿਉਂਕਿ ਸਾਰਿਆਂ ਦੇ ਵਿੱਚ ਉਹ ਭਾਵੇਂ ਦਿਸਦੇ ਅਨੇਕਾਂ ਹੀ ਨੇ। ਸਰਬੇ ਏਕ, ਪਰ ਸਾਰਿਆਂ ਦੇ ਵਿੱਚ ਹੈ ਤੇ ਕੋਈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਇੱਕ ਹੋ ਕੇ ਅਨੇਕਾਂ ਦੇ ਵਿੱਚ, ਸਭ ਦੇ ਵਿੱਚ ਹੈ ਤੇ ਸਭ ਦੇ ਵਿੱਚ ਆਪ ਹੀ ਭੋਗ ਰਿਹਾ ਹੈ। ਕਹਿ ਰਵਿਦਾਸ ਹਾਥ ਪੈ ਮੇਰੈ, ਸਹਿਜੇ ਹੋਏ ਸੋ ਹੋਈ। ਹੁਣ ਬਾਬਾ ਰਵਿਦਾਸ ਜੀ ਕਹਿੰਦੇ ਨੇ ਦੇਖੋ ਉਹ ਜਿਹੜਾ ਰੱਬ ਹੈ ਨਾ, ਪਰਮੇਸ਼ਰ ਹੱਥ ਤੋਂ ਨੇੜੇ ਹੈ। ਔਰ ਜੇ ਸਰੀਰ ਦੇ ਵੇਖੀਏ ਸਭ ਤੋਂ ਨੇੜੇ ਹੱਥ ਹੈ। ਸਰੀਰ ਤੇ ਕਿਤੇ ਵੀ ਹਰਕਤ ਹੋਵੇ ਤੇ ਸਰੀਰ ਤੇ ਕਿਸੇ ਵੀ ਅੰਗ ਤੇ ਕਿਸੇ ਵੀ ਸਾਈਡ ਤੇ ਸਭ ਤੋਂ ਪਹਿਲੋਂ ਹੱਥ ਪਹੁੰਚਦਾ ਹੈ। ਪਰ ਬਾਬਾ ਰਵਿਦਾਸ ਜੀ ਕਹਿੰਦੇ ਨੇ ਜੇ ਭੁਲੇਖਾ ਨਿਕਲ ਜੇ ਨਾ ਕਿ ਰੱਬ ਕਿਤੇ ਦੂਰ ਹੈ, ਫਿਰ ਰੱਬ ਤੇ ਹੱਥ ਨਾਲੋਂ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੈ, ਸਹਿਜੇ ਹੋਏ ਸੋ ਹੋਈ। ਬਸ ਉਸ ਸਹਿਜ ਵਿੱਚ ਟਿਕ ਜੀਏ, ਜੋ ਕੁਛ ਉਹ ਕਰਦਾ ਹੋਣਾ ਉਹ ਹੈ, ਇਸ ਗੱਲ ਨੂੰ ਸਮਝ ਲਈਏ ਤੇ ਰੱਬ ਕਿਤੇ ਦੂਰ ਨਹੀਂ। ਅੰਦਰ ਦਾ ਭੁਲੇਖਾ ਜਦੋਂ ਦੂਰ ਹੋ ਜੇ ਉਦੋਂ ਉਹ ਰੱਬ ਹੈ ਸਾਡੇ ਅੰਦਰ ਹੀ, ਉਹ ਕਿਤੇ ਸਾਡੇ ਤੋਂ ਦੂਰ ਨਹੀਂ। ਹੋਈਏ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ